ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਪੀ। ਖਬਰਾਂ ਦੇ ਸਪੁਲਟਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖਬਰੀ। ਇਮੀਗ੍ਰੇਸ਼ਨ ਛਾਪਿਆਂ ਖਿਲਾਫ ਪੂਰੇ ਅਮਰੀਕਾ 'ਚ ਫੈਲਿਆ ਰੋਸ। ਪ੍ਰਦਰਸ਼ਨ ਨੂੰ ਤੇਜ਼ ਕਰਨ ਦੀ ਯੋਜਨਾ ਬਣਾ ਰਹੇ ਪ੍ਰਦਰਸ਼ਨਕਾਰੀ। ਐਲੋਨ ਮਸਕ ਵੱਲੋਂ ਟਰੰਪ ਖਿਲਾਫ ਆਪਣੀਆਂ ਕੁਝ ਸੋਸ਼ਲ ਮੀਡੀਆ ਪੋਸਟਾਂ ਤੇ ਅਫਸੋਸ ਜ਼ਾਹਰ। ਅਮਰੀਕਾ ਅਤੇ ਚੀਨ ਵਿਚਾਲੇ ਹੋਈ ਵੱਡੀ ਡੀਲ, ਟਰੰਪ ਨੇ ਕੀਤਾ ਵੱਡਾ ਐਲਾਨ। ਔਰਤ ਦੇ ਕਾਤਲ ਨੂੰ ਨਾਈਟ੍ਰੋਜਨ ਗੈਸ ਨਾਲ ਦਿੱਤੀ ਗਈ ਸਜ਼ਾ ਮੌਤ। ਵੱਡੀ ਖਬਰ, ਕੈਨੇਡਾ 'ਚ ਹਿੰਦੂ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। यूनाइटेड स्टेट्स सिटीजनशिप एंड इमीग्रेशन सर्विसेज यानी कि USCIS ने जुलाई 2025 ਲਈ ਜਾਰੀ ਕੀਤੇ ਵੀਜ਼ਾ ਬੁਲੇਟਿਨ ਵਿੱਚ ਗ੍ਰੀਨ ਕਾਰਡ ਬਿਨੇਕਾਰਾਂ ਲਈ ਰਾਹਤ ਦਿਖਾਈ ਹੈ। ਪਰਿਵਾਰਕ ਸਪਾਂਸਰ ਅਤੇ EB3 ਸ਼੍ਰੇਣੀਆਂ ਲਈ ਅੰਤਿਮ ਕਾਰਵਾਈ ਦੀ ਕਟ ਆਫ ਮਿਤੀ ਵਿੱਚ ਮਹੱਤਵਪੂਰਨ ਬਦਲਾਅ ਕੀਤਾ ਗਿਆ। ਹਾਲਾਂਕਿ ਪ੍ਰਮੁੱਖ ਰੋਜ਼ਗਾਰ ਆਧਾਰਿਤ ਵੀਜ਼ਾ ਸ਼੍ਰੇਣੀਆਂ EB1 ਅਤੇ EB2 ਦੀਆਂ ਤਾਰੀਖਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦਾ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਚਾਹਵਾਨ ਲਈ ਬੁਲੇਟਿਨ ਵਿੱਚ ਕੁਝ ਖਾਸ ਬਦਲਾਅ ਨੇ। ਖਾਸ ਗੱਲ ਇਹ ਹੈ ਕਿ ਫੈਮਿਲੀ ਸਪਾਂਸਰ ਅਤੇ ਰੋਜ਼ਗਾਰ ਆਧਾਰਿਤ ਸ਼੍ਰੇਣੀਆਂ ਦੋਵਾਂ ਲਈ ਅੰਤਿਮ ਕਾਰਵਾਈ ਮਿਤੀ ਬਰਾਬਰ ਵਧਾ ਦਿੱਤੀ ਗਈ, ਜੋ ਕਿ ਭਾਰਤੀ ਬਿਨੇਕਾਰਾਂ ਦੇ ਬੈਕਲੌਗ ਵਿੱਚ ਹੌਲੀ-ਹੌਲੀ ਕਮੀ ਨੂੰ ਦਰਸਾਉਂਦੀ ਹੈ। ਫੈਮਿਲੀ ਸਪਾਂਸਰ ਸ਼੍ਰੇਣੀਆਂ ਵਿੱਚੋਂ ਸਭ ਤੋਂ ਵੱਧ ਲਾਭ F2A ਸ਼੍ਰੇਣੀ ਦੇ ਜੀਵਨ ਸਾਥੀ ਨੂੰ ਹੋਇਆ ਹੈ, ਜਿਸ ਵਿੱਚ ਸਿੱਧਾ 8 ਮਹੀਨਿਆਂ ਦਾ ਵਾਧਾ ਹੋਇਆ। ਇਸ ਦਾ ਕਟ ਆਫ 1 ਜਨਵਰੀ 2022 ਤੋਂ ਵੱਧ ਕੇ 1 ਸਤੰਬਰ 2022 ਹੋ ਗਿਆ ਹੈ। ਰੋਜ਼ਗਾਰ ਆਧਾਰਿਤ ਤੀਜੀ ਤਰਜੀਹ ਅਤੇ ਹੋਰ ਕਰਮਚਾਰੀ ਸ਼੍ਰੇਣੀਆਂ EB3 ਵਿੱਚ 7 ਦਿਨਾਂ ਦਾ ਵਾਧਾ ਹੋਇਆ। ਇਹਨਾਂ ਲਈ ਅੰਤਿਮ ਕਾਰਵਾਈ ਮਿਤੀ ਹੁਣ 22 ਅਪ੍ਰੈਲ 2013 ਹੋਵੇਗੀ। ਰੋਜ਼ਗਾਰ ਆਧਾਰਿਤ ਸ਼੍ਰੇਣੀਆਂ ਲਈ ਫਾਈਲਿੰਗ ਤਾਰੀਖਾਂ ਬਿਨਾਂ ਕਿਸੇ ਬਦਲਾਅ ਦੇ ਜਾਰੀ ਰਹਿਣਗੀਆਂ। ਇਸ ਤਰ੍ਹਾਂ ਅੰਤਿਮ ਕਾਰਵਾਈ ਤਾਰੀਖਾਂ ਵਿੱਚ ਸਥਿਰਤਾ ਬਣਾਈ ਰੱਖੀ ਜਾਵੇਗੀ। ਭਾਰਤ ਲਈ EB1 ਸ਼੍ਰੇਣੀ ਯਾਨੀ ਪ੍ਰਾਥਮਿਕਤਾ ਵਾਲੇ ਕਾਮੇ ਲਈ ਅੰਤਿਮ ਕਾਰਵਾਈ ਮਿਤੀ 15 ਫਰਵਰੀ 2022 ਰਹੇਗੀ। ਇਸੇ ਤਰ੍ਹਾਂ ਭਾਰਤ ਲਈ EB2 ਸ਼੍ਰੇਣੀ ਯਾਨੀ ਉੱਨਤ ਡਿਗਰੀਆਂ ਵਾਲੇ ਪੇਸ਼ੇਵਰ ਜਾਂ ਅਸਾਧਾਰਨ ਯੋਗਤਾ ਵਾਲੇ ਵਿਅਕਤੀ, ਉਹਨਾਂ ਵਿੱਚ ਕੋਈ ਬਦਲਾਅ ਨਹੀਂ ਹੈ ਅਤੇ 1 ਜਨਵਰੀ 2013 ਵਾਂਗ ਹੀ ਰਹੇਗਾ। EB5 ਸ਼੍ਰੇਣੀ ਵਿੱਚ ਵੀ ਕੋਈ ਬਦਲਾਅ ਨਹੀਂ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕੀ ਜੀਵਨ ਸ਼ੈਲੀ ਲਈ ਖਤਰਾ ਕਰਾਰ ਦਿੰਦਿਆਂ ਇਹ ਕਿਹਾ ਕਿ ਉਹਨਾਂ ਦੇ ਨਿਰਦੇਸ਼ ਤੇ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਦੀ ਨਫਰੀ ਵਧਾਉਣਾ ਪ੍ਰਦਰਸ਼ਨਾਂ ਨੂੰ ਦਬਾਉਣ ਦਾ ਸਿਰਫ ਯਤਨ ਨਹੀਂ, ਸਗੋਂ ਲੋਕਤੰਤਰ ਤੇ ਹਮਲਾ ਹੈ। ਉਧਰ ਇਮੀਗ੍ਰੇਸ਼ਨ ਛਾਪਿਆਂ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਦਾਇਰਾ ਹੁਣ ਪੂਰੇ ਅਮਰੀਕਾ ਵਿੱਚ ਫੈਲ ਰਿਹਾ ਹੈ ਅਤੇ ਇਸ ਹਫ਼ਤੇ ਹੋਰ ਪ੍ਰਦਰਸ਼ਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਟਰੰਪ ਨੇ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਨੂੰ ਬੁਲਾਇਆ ਹੈ। ਨਿਊਸਮ ਨੇ ਟਰੰਪ ਤੇ ਦੋਸ਼ ਲਾਇਆ ਕਿ ਉਹਨਾਂ ਨੇ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਵਿੱਚ ਫੌਜੀ ਜਾਲ ਵਿਛਾ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਇਹ ਯੋਜਨਾਬੱਧ ਜੰਗ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਮਾਜ ਦੀ ਨੀਂਹ ਉਖਾੜਨਾ ਅਤੇ ਸ਼ਕਤੀ ਨੂੰ ਵਾਈਟ ਹਾਊਸ ਅਧੀਨ ਕੇਂਦਰਿਤ ਕਰਨਾ ਹੈ। ਨਿਊਸਮ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸੂਬਿਆਂ 'ਚ ਵੀ ਫੌਜ ਸੱਦੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰ ਤੇ ਸਾਡੀਆਂ ਅੱਖਾਂ ਸਾਹਮਣੇ ਹਮਲਾ ਹੋ ਰਿਹਾ ਹੈ। ਜਿਸ ਪਲ ਦਾ ਸਾਨੂੰ ਡਰ ਸੀ ਉਹ ਆ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿਆਟਲ ਤੇ ਆਸਟਿਨ ਤੋਂ ਲੈ ਕੇ ਸ਼ਿਕਾਗੋ ਤੇ ਵਾਸ਼ਿੰਗਟਨ DC ਤੱਕ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਯਾਨੀ ICE ਏਜੰਸੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਾਂ ਦੇ ਮੱਦੇਨਜ਼ਰ ਡੋਨਾਲਡ ਟਰੰਪ ਨੇ ਵਿਦਰੋਹ ਐਕਟ ਨੂੰ ਲਾਗੂ ਕਰਨ ਦੀ ਸੰਭਾਵਨਾ ਖੁੱਲੀ ਰੱਖੀ ਹੈ। ਇਹ ਰਾਸ਼ਟਰਪਤੀ ਨੂੰ ਬਗਾਵਤ ਜਾਂ ਘਰੇਲੂ ਹਿੰਸਾ ਨੂੰ ਦਬਾਉਣ ਜਾਂ ਕੁਝ ਸਥਿਤੀਆਂ ਵਿੱਚ ਕਾਨੂੰਨ ਲਾਗੂ ਕਰਨ ਲਈ ਅਮਰੀਕਾ ਦੇ ਅੰਦਰ ਫੌਜੀ ਬਲਾਂ ਨੂੰ ਤੈਨਾਤ ਕਰਨ ਦਾ ਅਧਿਕਾਰ ਦਿੰਦਾ ਹੈ। ਬਾਅਦ ਵਿੱਚ ਰਾਸ਼ਟਰਪਤੀ ਨੇ ਫੋਰਟ ਬ੍ਰੈਗ ਵਿੱਚ ਅਮਰੀਕੀ ਫੌਜ ਦੀ 250ਵੀਂ ਵਰ੍ਹੇਗੰਢ ਮੌਕੇ ਸੰਬੋਧਨ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਜਾਨਵਰ ਅਤੇ ਵਿਦੇਸ਼ੀ ਦੁਸ਼ਮਣ ਕਿਹਾ।
ਅਰਬਪਤੀ ਕਾਰੋਬਾਰੀ ਐਲੋਨ ਮਸਕ ਜੋ ਕਿ ਹੁਣ ਯੂ ਟਰਨ ਲੈਂਦੇ ਹੋਏ ਨਜ਼ਰ ਆ ਰਹੇ ਨੇ। ਜੀ ਹਾਂ, ਐਲੋਨ ਮਸਕ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕੀਤੀਆਂ ਕੁਝ ਪੋਸਟਾਂ ਤੇ ਅਫਸੋਸ ਹੈ ਕਿਉਂਕਿ ਇਹਨਾਂ ਵਿੱਚ ਉਹ ਬਹੁਤ ਅਗਾਂਹ ਲੰਘ ਗਏ। ਟਰੰਪ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਮਸਕ ਨਾਲ ਉਸਦੇ ਰਿਸ਼ਤੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਅਪਮਾਨ ਤੋਂ ਬਾਅਦ ਖਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿੱਚ ਟੈਸਲਾ ਅਤੇ ਸਪੇਸਐਕਸ ਦੇ CEO ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖਰਚ ਬਿੱਲ ਨੂੰ ਘਿਨਾਉਣਾ ਕਿਹਾ ਸੀਗਾ ਅਤੇ ਨਾਲ ਇਹ ਵੀ ਕਿਹਾ ਸੀ ਕਿ ਕਾਨੂੰਨੀ ਕਾਰਵਾਈ ਹੈ। ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦਿਆਂ ਆਪਣੀਆਂ ਕੁਝ ਪੋਸਟਾਂ ਨੂੰ ਮਿਟਾ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਤੇ ਮਹਾਦੋਸ਼ ਦਾ ਮੁਕੱਦਮਾ ਚਲਾਉਣ ਦੇ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਇੱਕ ਪੋਸਟ ਵੀ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਮਸਕ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਸ ਦਾ ਗੁੱਸਾ ਘਟਣਾ ਸ਼ੁਰੂ ਹੋ ਗਿਆ ਅਤੇ ਉਹ ਰਿਸ਼ਤੇ ਨੂੰ ਠੀਕ ਕਰਨਾ ਚਾਹੁੰਦੇ ਹਨ। ਮਸਕ ਨੇ ਬੁੱਧਵਾਰ ਨੂੰ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ, ਮੈਨੂੰ ਪਿਛਲੇ ਹਫਤੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ ਤੇ ਅਫਸੋਸ ਹੈ। ਉਹ ਬਹੁਤ ਜ਼ਿਆਦਾ ਅਗਾਂਹ ਲੰਘ ਗਏ ਸੀ। ਉਂਝ ਉਹਨਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਖਾਸ ਪੋਸਟਾਂ ਬਾਰੇ ਗੱਲ ਕਰ ਰਹੇ ਸੀ। ਗੌਰਤਲਬ ਹੈ ਕਿ ਮਸਕ ਦੀ ਪੋਸਟ ਤੋਂ ਬਾਅਦ ਫ੍ਰੈਂਕਫਰਟ ਵਿੱਚ ਟੈਸਲਾ ਦੇ ਸ਼ੇਅਰ 2.7% ਵੱਧ ਗਏ। ਹਾਲਾਂਕਿ ਮਸਕ ਨੇ ਵਿਵਾਦ ਨੂੰ ਕੁਝ ਹੱਦ ਤੱਕ ਸ਼ਾਂਤ ਕਰ ਦਿੱਤਾ ਹੈ ਅਤੇ ਡੋਨਾਲਡ ਟਰੰਪ ਬਾਰੇ ਆਪਣੀਆਂ ਕੁਝ ਭੜਕਾਊ ਸੋਸ਼ਲ ਪੋਸਟਾਂ ਮਿਟਾ ਦਿੱਤੀਆਂ ਹਨ, ਪਰ ਰਾਸ਼ਟਰਪਤੀ ਅਜੇ ਵੀ ਸੁਲ੍ਹਾ ਕਰਨ ਦੇ ਮੂਡ ਵਿੱਚ ਨਹੀਂ ਜਾਪਦੇ ਅਤੇ ਉਹਨਾਂ ਨੇ ਮਸਕ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਡੈਮੋਕ੍ਰੇਟਸ ਦਾ ਸਮਰਥਨ ਕਰਦੇ ਹਨ ਤਾਂ ਉਹਨਾਂ ਨੂੰ ਬਹੁਤ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕਾ ਅਤੇ ਚੀਨ ਵਿਚਾਲੇ ਇੱਕ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਅਮਰੀਕਾ ਨੂੰ ਚੀਨ ਤੋਂ ਮੈਗਨੇਟ ਅਤੇ ਦੁਰਲੱਭ ਖਣਿਜ ਮਿਲਣਗੇ ਅਤੇ ਚੀਨੀ ਸਮਾਨ ਤੇ ਡਿਊਟੀ ਵਧਾ ਕੇ 55% ਕਰ ਦਿੱਤੀ ਜਾਵੇਗੀ। ਬਦਲੇ ਵਿੱਚ ਚੀਨੀ ਨਾਗਰਿਕ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਸਕਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 11 ਜੂਨ 2025 ਨੂੰ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਅਤੇ ਚੀਨ ਵਿਚਕਾਰ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲੀ ਟੈਰਿਫ ਜੰਗ ਤੋਂ ਬਾਅਦ ਟਰੰਪ ਨੇ ਹੁਣ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸ਼ਾਨਦਾਰ ਦੱਸਿਆ। ਟਰੰਪ ਨੇ ਟਰੁਥ ਸੋਸ਼ਲ ਤੇ ਲਿਖਿਆ ਕਿ ਸਾਨੂੰ ਕੁੱਲ 55% ਟੈਰਿਫ ਮਿਲ ਰਿਹਾ ਹੈ ਤੇ ਚੀਨ 10% ਤੇ ਸਾਡੇ ਸਬੰਧ ਬਹੁਤ ਚੰਗੇ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਹ ਸੌਦਾ ਉਹਨਾਂ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅੰਤਿਮ ਪ੍ਰਵਾਨਗੀ ਦੇ ਅਧੀਨ ਹੈ। ਰਾਇਟਰਸ ਦੀ ਇੱਕ ਰਿਪੋਰਟ ਦੇ ਅਨੁਸਾਰ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਸਮਝੌਤੇ ਤੋਂ ਬਾਅਦ ਅਮਰੀਕਾ ਆਯਾਤ ਕੀਤੇ ਚੀਨੀ ਸਮਾਨ ਤੇ 55% ਟੈਰਿਫ ਲਗਾਏਗਾ। ਇਸ ਵਿੱਚ 10% ਬੇਸਲਾਈਨ ਰੈਸਿਪਰੋਕਲ ਟੈਰਿਫ, ਫੈਂਟਾਨਿਲ ਤਸਕਰੀ ਲਈ 20% ਟੈਰਿਫ ਅਤੇ ਮੌਜੂਦਾ ਟੈਰਿਫ ਨੂੰ ਦਰਸਾਉਂਦੀਆਂ ਹੋਈਆਂ 25% ਟੈਰਿਫ ਸ਼ਾਮਲ ਹਨ। ਚੀਨ ਅਮਰੀਕੀ ਆਯਾਤ ਤੇ 10% ਟੈਰਿਫ ਲਗਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਚੀਨ ਉਹ ਸਾਰੇ ਚੁੰਬਕ ਅਤੇ ਦੁਰਲੱਭ ਧਰਤੀ ਸਪਲਾਈ ਕਰੇਗਾ ਜਿਨ੍ਹਾਂ ਦੀ ਉਸ ਨੂੰ ਲੋੜ ਹੈ। ਇਸੇ ਤਰ੍ਹਾਂ ਅਸੀਂ ਚੀਨ ਨੂੰ ਉਹ ਸਭ ਕੁਝ ਪ੍ਰਦਾਨ ਕਰਾਂਗੇ ਜਿਸ ਤੇ ਅਸੀਂ ਸਹਿਮਤ ਹੋਏ ਹਾਂ, ਜਿਸ ਵਿੱਚ ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਚੀਨੀ ਵਿਦਿਆਰਥੀ ਵੀ ਸ਼ਾਮਲ ਹਨ, ਜੋ ਕਿ ਉਹਨਾਂ ਦੇ ਲਈ ਹਮੇਸ਼ਾ ਚੰਗੀ ਗੱਲ ਹੈ। ਅਮਰੀਕਾ ਅਤੇ ਚੀਨੀ ਅਧਿਕਾਰੀਆਂ ਨੇ 10 ਜੂਨ 2025 ਨੂੰ ਕਿਹਾ ਸੀ ਕਿ ਉਹ ਆਪਣੇ ਰੁਕੇ ਹੋਏ ਵਪਾਰ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਇੱਕ ਢਾਂਚੇ ਤੇ ਸਹਿਮਤ ਹੋਏ ਹਨ, ਜਿਸ ਵਿੱਚ ਚੀਨ ਵੱਲੋਂ ਦੁਰਲੱਭ ਧਰਤੀ ਦੇ ਤੱਤਾਂ ਤੇ ਆਪਣੀਆਂ ਨਿਰਯਾਤ ਪਾਬੰਦੀਆਂ ਨੂੰ ਹਟਾਉਣ ਦੀ ਵਚਨਬੱਧਤਾ ਵੀ ਸ਼ਾਮਲ ਹੈ। ਹਾਲਾਂਕਿ ਸਮਝੌਤੇ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਆਪਕ ਵਪਾਰਕ ਤਣਾਅ ਦੇ ਲੰਬੇ ਸਮੇਂ ਦੇ ਹੱਲ ਦਾ ਸੰਕੇਤ ਨਹੀਂ ਦਿੱਤਾ। ਅਮਰੀਕਾ ਦੇ ਅਲਬਾਮਾ 'ਚ ਇੱਕ ਔਰਤ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਮੰਗਲਵਾਰ ਸ਼ਾਮ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਿੱਤੀ ਗਈ। ਇਹ ਅਮਰੀਕਾ 'ਚ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਾ 6ਵਾਂ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰੈਗਰੀ ਹੰਟ ਨਾਂ ਦੇ ਵਿਅਕਤੀ ਨੂੰ ਸ਼ਾਮ 6:30 ਵਜੇ ਦੇ ਕਰੀਬ ਦੱਖਣੀ ਅਲਬਾਮਾ ਦੀ ਜੇਲ੍ਹ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਗ੍ਰੈਗਰੀ ਹੰਟ ਨੂੰ ਕੈਰਨ ਲੇਨ ਨਾਂ ਦੀ ਇੱਕ 32 ਸਾਲ ਦੀ ਔਰਤ ਦੇ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਦਾ 2 ਅਗਸਤ 1988 ਨੂੰ ਕਤਲ ਕਰ ਦਿੱਤਾ ਗਿਆ ਸੀ। ਹੰਟ ਅਤੇ ਕੈਰਨ ਲਗਭਗ 1 ਮਹੀਨੇ ਤੋਂ ਰਿਸ਼ਤੇ ਵਿੱਚ ਸਨ।
ਕੈਨੇਡਾ ਤੋਂ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਸਤੀਸ਼ ਕੁਮਾਰ ਤੋਂ ਬਾਅਦ ਇੱਕ ਹੋਰ ਪ੍ਰਮੁੱਖ ਹਿੰਦੂ ਕਾਰੋਬਾਰੀ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ। ਕਾਰੋਬਾਰੀ ਸਤਵਿੰਦਰ ਸ਼ਰਮਾ ਐਕਸਪੋਰਟ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਸਨ। ਉਹਨਾਂ ਦਾ ਦਫ਼ਤਰ ਫਲੀਟਵੁੱਡ ਪ੍ਰੋਫੈਸ਼ਨਲ ਬਿਲਡਿੰਗ 15957 84 ਐਵੇਨਿਊ ਸਰੀ BC ਦੇ ਕੋਲ ਸੀਗਾ। ਉਹਨਾਂ ਨੂੰ ਉਹਨਾਂ ਦੇ ਦਫ਼ਤਰ ਦੀ ਦੂਜੀ ਮੰਜ਼ਿਲ ਤੇ ਗੋਲੀ ਮਾਰ ਦਿੱਤੀ ਗਈ। ਘਟਨਾ ਤੋਂ ਬਾਅਦ RCMP ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ ਸਪੋਰਟ ਯੂਨਿਟ ਦੇ ਫਰੰਟ ਲਾਈਨ ਅਧਿਕਾਰੀਆਂ ਨੇ ਸਰੀ ਦੇ ਫਲੀਟਵੁੱਡ ਖੇਤਰ ਦੇ ਵਿੱਚ 15900 ਬਲਾਕ 84 ਐਵੇਨਿਊ ਨੇੜੇ ਗੋਲੀਬਾਰੀ ਦੀਆਂ ਕੋਲਾਂ ਦਾ ਜਵਾਬ ਦਿੱਤਾ। ਮੌਕੇ ਤੇ ਪਹੁੰਚੇ SPO SCU ਅਧਿਕਾਰੀਆਂ ਨੇ ਸਤਵਿੰਦਰ ਸ਼ਰਮਾ ਨੂੰ ਜ਼ਖਮੀ ਹਾਲਤ ਵਿੱਚ ਪਾਇਆ। ਜਾਨ ਬਚਾਉਣ ਦੇ ਉਪਾਵਾਂ ਦੇ ਬਾਵਜੂਦ ਸਤਵਿੰਦਰ ਸ਼ਰਮਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ 2025 ਦਾ ਸਰੀ ਦਾ ਤੀਜਾ ਕਤਲ ਹੈ। ਜਾਂਚ ਸ਼ੁਰੂਆਤੀ ਪੜਾਵਾਂ ਦੇ ਵਿੱਚ ਹੈ ਅਤੇ ਸਰੀ ਪੁਲਿਸ ਸੇਵਾ ਅਤੇ RCMP ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨ ਸਪੋਰਟ ਯੂਨਿਟ ਦੇ ਅਧਿਕਾਰੀਆਂ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ ਦਾ ਉਦੇਸ਼ ਅਜੇ ਵੀ ਜਾਂਚ ਦੇ ਅਧੀਨ ਹੈ। ਕਮਿਊਨਿਟੀ ਸੂਤਰਾਂ ਨੇ ਪੀੜਿਤ ਦੀ ਪਛਾਣ ਐਕਸਪੋਰਟ ਦੇ ਕਾਰੋਬਾਰੀ ਸਤਵਿੰਦਰ ਸ਼ਰਮਾ ਵਜੋਂ ਕੀਤੀ ਹੈ। ਉਹ ਇੱਕ ਪ੍ਰਮੁੱਖ ਕਾਰੋਬਾਰੀ ਸੀ ਜੋ ਕਿ ਇੱਕ ਲੇਬਰ ਠੇਕੇਦਾਰ ਅਤੇ ਪ੍ਰੋਪਰਟੀ ਡਿਵੈਲਪਰ ਸੀ। ਉਸਦੇ ਇੱਕ ਨਜ਼ਦੀਕੀ ਦੋਸਤ ਨੇ ਦੱਸਿਆ ਕਿ ਸਤਵਿੰਦਰ ਸ਼ਰਮਾ ਨੂੰ ਕੁਝ ਸਾਲ ਪਹਿਲਾਂ ਧਮਕੀਆਂ ਸੰਬੰਧੀ ਕੋਲਾਂ ਆਈਆਂ ਸਨ, ਪਰ ਇਹ ਮਾਮਲਾ ਇਸ ਨਾਲ ਜੁੜਿਆ ਨਹੀਂ ਹੋ ਸਕਦਾ। ਇਸ ਮਾਮਲੇ ਦੀ ਜਾਂਚ ਸੰਬੰਧੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਦੇ ਲਈ ਕੁਝ ਖਾਸ ਨੰਬਰ ਜਾਰੀ ਕੀਤੇ ਗਏ ਨੇ ਜਿਸ ਤੋਂ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕੁਝ ਈਮੇਲ ਵੀ ਜਾਰੀ ਕੀਤੀ ਗਈ ਹੈ ਜਿਸ ਈਮੇਲ ਤੇ ਤੁਸੀਂ ਇਸ ਬਾਰੇ ਜਾਣਕਾਰੀ ਜਾਂ ਅਪੀਲ ਕਰ ਸਕਦੇ ਹੋ। ਵਿਦੇਸ਼ਾਂ ਵਿੱਚ ਕਾਲ ਸੈਂਟਰਾਂ ਦੀ ਵਰਤੋਂ ਕਰਕੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਲਗਭਗ $2 ਮਿਲੀਅਨ ਦੀ ਯੋਜਨਾ ਵਿੱਚ ਸ਼ਾਮਲ ਹੋਣ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 6 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ। ਬੀਤੇ ਦਿਨ ਬੁੱਧਵਾਰ ਨੂੰ ਉਸ ਨੂੰ 75 ਮਹੀਨਿਆਂ ਦੀ ਸਜ਼ਾ ਸੁਣਾਉਂਦੇ ਹੋਏ ਫੈਡਰਲ ਜੱਜ ਵਿਲੀਅਮ ਜੰਗ ਨੇ ਪ੍ਰਣਵ ਪਟੇਲ ਨੂੰ ਫਲੋਰੀਡਾ ਅਤੇ ਹੋਰ ਥਾਵਾਂ ਤੇ ਬਜ਼ੁਰਗਾਂ ਤੋਂ ਇਕੱਠੇ ਕੀਤੇ ਗਏ 1.79 ਮਿਲੀਅਨ ਜ਼ਬਤ ਕਰਨ ਦੇ ਵੀ ਹੁਕਮ ਦਿੱਤਾ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਪਟੇਲ ਮਨੀ ਮਿਊਲ ਵਜੋਂ ਕੰਮ ਕਰਦਾ ਸੀ ਜਿਸ 'ਚ ਪੀੜਤਾ ਤੋਂ ਪੈਸੇ ਜਾਂ ਸੋਨਾ ਇਕੱਠਾ ਕਰਨਾ ਸ਼ਾਮਲ ਸੀ। ਦਸੰਬਰ ਵਿੱਚ ਉਸ ਨੂੰ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਗਿਆ ਜਿਸ ਦੀ ਉਸਨੇ ਇੱਕ ਗੱਲ ਕਬੂਲ ਕੀਤੀ ਸੀ। ਫਲੋਰੀਡਾ ਦੇ ਟੈਂਪਾ ਵਿੱਚ ਸੰਘੀ ਅਦਾਲਤ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੀਕ੍ਰੇਟ ਸਰਵਿਸ ਸਪੈਸ਼ਲ ਏਜੰਟ ਰੋਬਰਟ ਐਂਗਲ ਨੇ ਕਿਹਾ ਕਿ ਕਮਜ਼ੋਰ ਬਜ਼ੁਰਗ ਪੀੜਤਾਂ ਨੂੰ ਉਹਨਾਂ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਸ਼ਿਕਾਰ ਬਣਾਉਣਾ ਘਿਨਾਉਣਾ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਬਚਾਊ ਪੱਖ ਦੇ ਸਹਿ ਸਾਜ਼ਿਸ਼ਕਰਤਾਵਾਂ ਨੇ ਪੀੜਤਾਂ ਦੇ ਨਾਲ ਲਗਭਗ $2 ਮਿਲੀਅਨ ਦੀ ਧੋਖਾਧੜੀ ਕਰਨ ਲਈ ਆਪਣੇ ਆਪ ਨੂੰ ਸਰਕਾਰੀ ਏਜੰਟ ਵਜੋਂ ਪੇਸ਼ ਕੀਤਾ। ਜੇਕਰ ਉਹ ਉਹਨਾਂ ਦੀਆਂ ਮੰਗਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦਿੱਤੀਆਂ। ਪਟੇਲ ਨੂੰ ਉਦੋਂ ਫੜਿਆ ਗਿਆ ਜਦੋਂ ਉਹ ਇੱਕ ਘਰ ਵਿੱਚ ਸੋਨੇ ਦਾ ਡੱਬਾ ਲੈਣ ਗਿਆ ਸੀ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਜਿਨ੍ਹਾਂ ਨੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਸੀ ਉਹਨਾਂ ਨੇ ਪੈਕੇਜ ਲੈਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤੀ ਕਾਗਜ਼ਾਤ ਅਨੁਸਾਰ ਵਿਦੇਸ਼ਾਂ ਵਿੱਚ ਕਾਲ ਸੈਂਟਰਾਂ ਤੋਂ ਕੰਮ ਕਰਨ ਵਾਲੇ ਉਸਦੇ ਸਹਿ ਸਾਜ਼ਿਸ਼ਕਾਰਾਂ ਨੇ ਧੋਖਾਧੜੀ ਨਾਲ ਆਪਣੇ ਆਪ ਨੂੰ ਖਜ਼ਾਨਾ ਵਿਭਾਗ ਜਾਂ ਹੋਰ ਏਜੰਸੀਆਂ ਦੇ ਅਧਿਕਾਰੀ ਵਜੋਂ ਆਪਣੀ ਪਛਾਣ ਦੱਸੀ ਅਤੇ ਪੀੜਤਾਂ ਨੂੰ ਦੱਸਿਆ ਕਿ ਉਹਨਾਂ ਦੀ ਗ੍ਰਿਫਤਾਰੀ ਲਈ ਵਾਰੰਟ ਵੀ ਹਨ। 33 ਸਾਲ ਪਟੇਲ ਨਿਊ ਜਰਸੀ ਵਿੱਚ ਰਹਿੰਦਾ ਸੀ। ਬਜ਼ੁਰਗਾਂ ਤੋਂ ਪੈਸੇ ਅਤੇ ਸੋਨਾ ਇਕੱਠਾ ਕਰਨ ਲਈ ਫਲੋਰੀਡਾ ਅਤੇ ਪੂਰਬੀ ਤੱਟ ਤੇ ਹੋਰ ਥਾਵਾਂ ਤੇ ਚਲਾ ਗਿਆ ਸੀ ਜਿਨ੍ਹਾਂ ਨੂੰ ਕਾਲ ਸੈਂਟਰਾਂ ਦੇ ਲੋਕਾਂ ਦੁਆਰਾ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਅਮਰੀਕਾ ਵਿੱਚ ਇੱਕ ਸੰਘੀ ਅਦਾਲਤ ਦੇ ਜੱਜ ਨੇ ਕੋਲੰਬੀਆ ਯੂਨੀਵਰਸਿਟੀ ਦੇ ਸਾਬਕਾ ਗ੍ਰੈਜੂਏਟ ਵਿਦਿਆਰਥੀ ਮਹਿਮੂਦ ਖਲੀਲ ਦੀ ਰਿਹਾਈ ਦਾ ਹੁਕਮ ਦਿੱਤਾ ਹੈ ਜਿਸ ਨੂੰ ਟਰੰਪ ਪ੍ਰਸ਼ਾਸਨ ਫਲਸਤੀਨ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਦੇਸ਼ ਨਿਕਾਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਊ ਜਰਸੀ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਮਾਈਕਲ ਫਾਰਬੀਅਰਸ ਨੇ ਬੁੱਧਵਾਰ ਨੂੰ ਕਿਹਾ ਕਿ ਖਲੀਲ ਹਾਲਾਂਕਿ ਅਮਰੀਕਾ ਦਾ ਕਾਨੂੰਨੀ ਨਿਵਾਸੀ ਹੈ ਘੱਟੋ-ਘੱਟ ਸ਼ੁੱਕਰਵਾਰ ਤੱਕ ਹਿਰਾਸਤ ਵਿੱਚ ਰਹੇਗਾ ਅਤੇ ਸਰਕਾਰ ਨੂੰ ਅਪੀਲ ਕਰਨ ਲਈ ਸਮਾਂ ਦਿੱਤਾ ਗਿਆ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਸ਼ਾਸਨ ਅਪੀਲ ਕਰਨ ਦਾ ਇਰਾਦਾ ਰੱਖਦਾ ਹੈ। ਜੱਜ ਨੇ ਕਿਹਾ ਕਿ ਖਲੀਲ ਨੇ ਕਿਹਾ ਹੈ ਕਿ ਉਸ ਦੀ ਨਿਰੰਤਰ ਨਜ਼ਰਬੰਦੀ ਉਸ ਦੇ ਕੈਰੀਅਰ, ਪਰਿਵਾਰ ਅਤੇ ਪ੍ਰਗਟਾਵੇ ਦੀ
ਆਜ਼ਾਦੀ ਦੇ ਅਧਿਕਾਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਰਹੀ ਹੈ। ਖਲੀਲ ਦੇ ਵਕੀਲ ਰਮਜ਼ੀ ਕਾਸਿਮ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ਖਲੀਲ ਦੇ ਅਧਿਕਾਰਾਂ ਦੇ ਮਾਮਲੇ ਵਿੱਚ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਫੈਸਲਾ ਹੈ, ਪਰ ਜਦੋਂ ਤੱਕ ਉਹ ਰਿਹਾ ਨਹੀਂ ਹੋ ਜਾਂਦਾ ਅਤੇ ਆਪਣੀ ਪਤਨੀ ਅਤੇ ਬੱਚੇ ਕੋਲ ਘਰ ਨਹੀਂ ਪਰਤਦਾ, ਖਤਰਾ ਬਣਿਆ ਰਹੇਗਾ। ਸੰਘੀ ਇਮੀਗ੍ਰੇਸ਼ਨ ਏਜੰਟਾਂ ਨੇ 8 ਮਾਰਚ ਨੂੰ ਯੂਨੀਵਰਸਿਟੀ ਦੇ ਮਾਲਕੀ ਵਾਲੇ ਇੱਕ ਅਪਾਰਟਮੈਂਟ ਦੀ ਲੌਬੀ ਦੇ ਵਿੱਚ ਖਲੀਲ ਨੂੰ ਹਿਰਾਸਤ ਵਿੱਚ ਲਿਆ। ਉਹ ਗਾਜ਼ਾ ਵਿੱਚ ਜੰਗ ਦੇ ਖਿਲਾਫ ਯੂਨੀਵਰਸਿਟੀ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਗ੍ਰਿਫਤਾਰ ਕੀਤੇ ਗਏ ਪਹਿਲੇ ਵਿਦਿਆਰਥੀਆਂ ਵਿੱਚੋਂ ਇੱਕ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਉਹ ਖਲੀਲ ਨੂੰ ਦੇਸ਼ ਨਿਕਾਲਾ ਦੇ ਸਕਦੇ ਹਨ, ਇੱਕ ਬਹੁਤ ਘੱਟ ਵਰਤੇ ਜਾਣ ਵਾਲੇ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਜੋ ਉਸ ਨੂੰ ਉਹਨਾਂ ਲੋਕਾਂ ਨੂੰ ਬਾਹਰ ਕੱਢਣ ਦੀ ਸ਼ਕਤੀ ਦਿੰਦਾ ਹੈ ਜਿਨ੍ਹਾਂ ਦਾ ਅਮਰੀਕੀ ਵਿਦੇਸ਼ ਨੀਤੀ ਦੇ ਮਾੜਾ ਪ੍ਰਭਾਵ ਪੈ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲਸ ਵਿੱਚ ਇਰਾਕ ਅਤੇ ਸੀਰੀਆ ਵਿੱਚ ਤੈਨਾਤ ਕੁੱਲ ਅਮਰੀਕੀ ਸੈਨਿਕਾਂ ਨਾਲੋਂ ਵੱਧ ਫੌਜ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਉਹਨਾਂ ਵੱਲੋਂ ਐਲਏ ਵਿੱਚ ਉਹਨਾਂ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਐਲਏ ਵਿੱਚ ਲਗਭਗ 4000 ਨੈਸ਼ਨਲ ਗਾਰਡ ਅਤੇ 700 ਤੋਂ ਵੱਧ ਸਰਗਰਮ ਡਿਊਟੀ ਮਰੀਨਾਂ ਨੂੰ ਤੈਨਾਤ ਕੀਤਾ ਗਿਆ ਹੈ, ਜੋ ਕਿ ਇਰਾਕ ਵਿੱਚ 2500 ਅਤੇ ਸੀਰੀਆ ਵਿੱਚ 1500 ਸੈਨਿਕਾਂ ਨਾਲੋਂ ਵੱਧ ਹੈ। ਪੈਂਟਾਗਨ ਨੇ ਕਿਹਾ ਕਿ ਇਸ ਤਾਇਨਾਤੀ ਕਾਰਵਾਈ ਨਾਲ ਟੈਕਸ ਦਾਤਾਵਾਂ ਨੂੰ 60 ਦਿਨਾਂ ਦੇ ਵਿੱਚ $134 ਮਿਲੀਅਨ ਦਾ ਨੁਕਸਾਨ ਹੋਵੇਗਾ। ਇਹ ਹਿੰਸਕ ਪ੍ਰਦਰਸ਼ਨ 6 ਜੂਨ ਨੂੰ ਸ਼ੁਰੂ ਹੋਏ ਜਦੋਂ ਆਈਸੀਈ ਨੇ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਹਿਰਾਸਤ ਵਿੱਚ ਲੈਣਾ ਸ਼ੁਰੂ ਕੀਤਾ। 7 ਜੂਨ ਤੱਕ ਘੱਟੋ-ਘੱਟ 44 ਲੋਕ ਗ੍ਰਿਫਤਾਰ ਕੀਤੇ ਗਏ। ਪ੍ਰਦਰਸ਼ਨ ਬਾਅਦ ਵਿੱਚ ਦੰਗਿਆਂ 'ਚ ਬਦਲ ਗਏ। ਟਰੰਪ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਇਹ ਫੌਜੀ ਤੈਨਾਤੀ ਆਦੇਸ਼ ਦਿੱਤਾ, ਜਿਸ ਕਾਰਨ ਗਵਰਨਰ ਨੇ ਇਸ ਕਦਮ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਲੋਕਤੰਤਰ ਉੱਤੇ ਹਮਲਾ ਹੈ। ਇਸ ਦੇ ਨਾਲ ਟਰੰਪ ਨੇ ਮੱਧ ਪੂਰਬ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਯੋਜਨਾ ਦਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਇਸ ਖੇਤਰ ਨੂੰ ਖਤਰਨਾਕ ਜਗ੍ਹਾ ਕਹਿੰਦੇ ਹੋਏ ਕਿਹਾ ਕਿ ਸੰਯੁਕਤ ਰਾਜ ਈਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਆਗਿਆ ਨਹੀਂ ਦੇਵੇਗਾ। ਇਹ ਕਦਮ ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਅਤੇ ਮੱਧ ਪੂਰਬ ਵਿੱਚ ਅਮਰੀਕੀ ਫੌਜੀ ਹਾਜ਼ਰੀ ਨੂੰ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ, ਜੋ ਅਮਰੀਕੀ ਰਾਜਨੀਤੀ ਅਤੇ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਦੀ ਨਿਸ਼ਾਨੀ ਹੈ। ਅਮਰੀਕਾ ਅਤੇ ਈਰਾਨ ਦੇ ਸਬੰਧ ਲਗਾਤਾਰ ਵਿਗੜ ਰਹੇ ਹਨ। ਪਰਮਾਣੂ ਸਮਝੌਤੇ ਤੇ ਗੱਲਬਾਤ ਰੁਕਣ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਮੱਧ ਪੂਰਬ ਅਤੇ ਪੱਛਮੀ ਏਸ਼ੀਆ ਤੋਂ ਡਿਪਲੋਮੈਟਾਂ, ਫੌਜੀ ਪਰਿਵਾਰਾਂ ਅਤੇ ਕੁਝ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਜਦੋਂ ਟਰੰਪ ਤੋਂ ਕਰਮਚਾਰੀਆਂ ਦੀ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਮਰੀਕੀ ਕਰਮਚਾਰੀਆਂ ਨੂੰ ਮੱਧ ਪੂਰਬ ਦੇ ਕੁਝ ਦੇਸ਼ਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਕਿਉਂਕਿ ਇਹ ਭਵਿੱਖ ਵਿੱਚ ਇੱਕ ਖਤਰਨਾਕ ਜਗ੍ਹਾ ਸਾਬਤ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਤੇ ਨਜ਼ਰ ਰੱਖ ਰਹੇ ਹਾਂ ਅਤੇ ਅਸੀਂ ਇੱਕ ਨੋਟਿਸ ਜਾਰੀ ਕੀਤਾ ਹੈ। ਜਦੋਂ ਅਮਰੀਕੀ ਰਾਸ਼ਟਰਪਤੀ ਤੋਂ ਪੁੱਛਿਆ ਗਿਆ ਕਿ ਕੀ ਮੱਧ ਪੂਰਬ ਵਿੱਚ ਤਣਾਅ ਘਟਾਉਣ ਲਈ ਕੁਝ ਕੀਤਾ ਜਾ ਸਕਦਾ ਹੈ ਤਾਂ ਟਰੰਪ ਨੇ ਕਿਹਾ ਕਿ ਉਹਨਾਂ ਦੇ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ ਅਤੇ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ। ਇੱਥੇ ਉਹ ਈਰਾਨ ਦਾ ਹਵਾਲਾ ਦੇ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਰਾਇਟਰਸ ਦੀ ਇੱਕ ਰਿਪੋਰਟ ਤੋਂ ਬਾਅਦ ਡਿਪਲੋਮੈਟਾਂ ਅਤੇ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੀ ਪੁਸ਼ਟੀ ਕੀਤੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਈਰਾਨ ਵਿੱਚ ਆਪਣੇ ਦੂਤਾਵਾਸ ਨੂੰ ਅੰਸ਼ਕ ਤੌਰ ਤੇ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਅਤੇ ਸੁਰੱਖਿਆ ਜੋਖਮਾਂ ਕਾਰਨ ਹੋਰ ਫੌਜੀ ਕਰਮਚਾਰੀਆਂ ਨੂੰ ਮੱਧ ਪੂਰਬ ਵਿੱਚ ਥਾਵਾਂ ਛੱਡਣ ਦੀ ਆਗਿਆ ਦੇ ਰਿਹਾ ਹੈ। ਕੈਨੇਡਾ ਦੇ ਵਿੱਚ ਨਾਰਕੋ ਅੱਤਵਾਦੀ ਨੈਟਵਰਕ ਅਤੇ ਕੁਝ ਵੱਖਵਾਦੀ ਵਿਅਕਤੀਆਂ ਦਾ ਪਰਦਾਫਾਸ਼ ਕੀਤਾ ਗਿਆ। ਕੈਨੇਡਾ ਦੀ ਪੀਲ ਪੁਲਿਸ ਨੇ ਪ੍ਰੋਜੈਕਟ ਪੈਲੀਕਨ ਤਹਿਤ ਕਾਰਵਾਈ ਕਰਦੇ ਹੋਏ ਹੁਣ ਤੱਕ ਦੀ ਸਭ ਤੋਂ ਵੱਡੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਪੁਲਿਸ ਨੇ 479 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ $47.9 ਮਿਲੀਅਨ ਹੈ। ਪੀਲ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ 7 ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਪੀਲ ਪੁਲਿਸ ਨੇ ਕਿਹਾ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਨੈਟਵਰਕ ਨੇ ਅਮਰੀਕਾ ਤੋਂ ਕੈਨੇਡਾ ਤੱਕ ਵਪਾਰਕ ਟਰੱਕਿੰਗ ਰੂਟਾਂ ਦਾ ਸ਼ੋਸ਼ਣ ਕੀਤਾ ਅਤੇ ਮੈਕਸੀਕਨ ਕਾਰਟੇਲਾਂ ਅਤੇ ਅਮਰੀਕਾ ਆਧਾਰਿਤ ਵਿਕਰੇਤਾ ਨਾਲ ਸੰਬੰਧ ਰੱਖੇ। ਪੀਲ ਪੁਲਿਸ ਨੇ ਦੱਸਿਆ ਕਿ ਲਗਭਗ $47.9 ਮਿਲੀਅਨ ਦੀ ਕੀਮਤ ਦਾ ਕੁੱਲ 479 ਕਿਲੋਗ੍ਰਾਮ ਬ੍ਰਿਕਡ ਕੋਕੀਨ ਜ਼ਬਤ ਕੀਤਾ ਗਿਆ ਹੈ,
ਦੋ ਗੈਰ ਕਾਨੂੰਨੀ ਲੋਡ ਕੀਤੀਆਂ ਅਰਧ ਆਟੋਮੈਟਿਕ ਹੈਂਡਗਨ ਵੀ ਜ਼ਬਤ ਕੀਤੀਆਂ ਗਈਆਂ। ਦੋਸ਼ੀਆਂ ਨੂੰ ਬਰੈਂਪਟਨ ਦੇ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਕੀਤਾ ਗਿਆ ਸੀ। ਓਨਟਾਰੀਓ ਸੋਲਿਸਿਟਰ ਜਨਰਲ ਮਾਈਕਲ ਐਸ ਨੇ ਇਸ ਬਾਰੇ ਕਾਰਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪ੍ਰੋਜੈਕਟ ਪੈਲਿਕਨ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਪੁਲਿਸ ਕੋਲ ਸਾਡੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਾਧਨ ਅਤੇ ਸਰੋਤ ਹੋਣ ਤਾਂ ਉਹ ਕੀ ਪ੍ਰਾਪਤ ਕਰ ਸਕਦੀ ਹੈ। ਸੂਤਰਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਸੀ, ਜਿਸ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਇਕੱਠ ਸ਼ਾਮਲ ਹਨ। ਨਾਲ ਹੀ ਹਥਿਆਰਾਂ ਨੂੰ ਫੰਡ ਦੇਣਾ ਵੀ ਸ਼ਾਮਲ ਹੈ। ਖੁਫੀਆ ਸੂਤਰਾਂ ਨੇ ਕੈਨੇਡਾ ਵਿੱਚ ਕੁਝ ਵੱਖਵਾਦੀ ਸਮੂਹਾਂ ਨੂੰ ਉੱਚ ਮੁੱਲ ਵਾਲੇ ਮੈਕਸੀਕਨ ਕੋਕੀਨ ਦੀ ਤਸਕਰੀ ਲਈ ਫੰਡ ਦੇਣ ਲਈ ਇੱਕ ISI ਸਮਰਥਿਤ ਯੋਜਨਾ ਵੱਲ ਇਸ਼ਾਰਾ ਕੀਤਾ ਹੈ। ਦੱਖਣੀ ਅਫਰੀਕਾ ਵਿੱਚ ਭਾਰੀ ਮੀਂਹ, ਬਰਫ਼ਬਾਰੀ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਆਫਤ ਵਿੱਚ ਹੁਣ ਤੱਕ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜੋ ਸਕੂਲ ਜਾਂਦੇ ਸਮੇਂ ਬੱਸ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੇ। ਮੰਗਲਵਾਰ ਸਵੇਰੇ ਪੂਰਬੀ ਕੇਪ ਸੂਬੇ ਦੇ ਡੋਕੋਲ ਲਗਾਨੀ ਪਿੰਡ ਵਿੱਚ ਇੱਕ ਸਕੂਲ ਬੱਸ ਨਦੀ ਵਿੱਚ ਵਹਿ ਗਈ। ਬੱਸ ਵਿੱਚ ਕੁੱਲ 13 ਲੋਕ ਸਵਾਰ ਸਨ, ਵਿਦਿਆਰਥੀ, ਬੱਸ ਡਰਾਈਵਰ ਅਤੇ ਉਸ ਦਾ ਸਹਾਇਕ। ਸੂਬਾਈ ਸਰਕਾਰ ਦੇ ਅਨੁਸਾਰ ਇਸ ਹਾਦਸੇ ਵਿੱਚ ਡਰਾਈਵਰ, ਸਹਾਇਕ ਅਤੇ 4 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। 4 ਹੋਰ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਬਚਾਅ ਟੀਮ ਭਾਲ ਕਰ ਰਹੀ ਹੈ। ਪੂਰਬੀ ਕੇਪ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ। ਕਈ ਇਲਾਕਿਆਂ ਵਿੱਚ ਬਿਜਲੀ ਚਲੀ ਗਈ ਅਤੇ ਸੜਕਾਂ ਤੇ ਆਵਾਜਾਈ ਬੰਦ ਹੋ ਗਈ। ਠੰਡੀਆਂ ਹਵਾਵਾਂ ਅਤੇ ਲਗਾਤਾਰ ਮੀਂਹ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਦੱਸਿਆ ਕਿ ਸਕੂਲ ਬੱਸ ਵਿੱਚੋਂ 3 ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਦੱਖਣੀ ਅਫਰੀਕਾ ਵਿੱਚ ਹੜ੍ਹ ਕੋਈ ਨਵੀਂ ਗੱਲ ਨਹੀਂ ਹੈ। 2022 ਵਿੱਚ ਵੀ ਡਰਬਨ ਅਤੇ ਕਵਾਜ਼ੁਲੂ ਨਟਾਲ ਵਿੱਚ ਹੜ੍ਹਾਂ ਕਾਰਨ ਲਗਭਗ 400 ਲੋਕ ਮਾਰੇ ਗਏ ਸਨ। ਅਮਰੀਕਾ ਵਿਖੇ ਵਾਪਰੇ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 2 ਦੋਸਤਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਮਾਸ਼ੀਵਾੜਾ ਨਾਲ ਸੰਬੰਧਿਤ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਮਾਸ਼ੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। ਸਥਾਨਕ ਸੁੰਦਰ ਨਗਰ ਦੇ ਵਾਸੀ ਕਰਨੈਲ ਸਿੰਘ ਕਾਲਾ ਦਾ ਸਪੁੱਤਰ ਦਿਲਪ੍ਰੀਤ ਸਿੰਘ ਕਰੀਬ 2.5 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਅਤੇ ਫ੍ਰਿਜ਼ਨੋ ਵਿਖੇ ਰਹਿੰਦਾ ਸੀ। ਦਿਲਪ੍ਰੀਤ ਸਿੰਘ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਲੰਘੀ 28 ਅਪ੍ਰੈਲ ਨੂੰ ਉਹ ਆਪਣਾ ਟਰਾਲਾ ਲੈ ਕੇ ਇੰਟਰਸਟੇਟ 40 ਤੇ ਪੂਰਬ ਦਿਸ਼ਾ ਵੱਲ ਜਾ ਰਿਹਾ ਸੀ ਕਿ ਉਸ ਦਾ ਵਾਹਨ ਸੰਤੁਲਨ ਗਵਾ ਬੈਠਾ। ਇਸ ਹਾਦਸੇ ਵਿੱਚ ਦਿਲਪ੍ਰੀਤ ਸਿੰਘ ਦਾ ਟਰਾਲਾ ਪਲਟ ਗਿਆ ਅਤੇ ਮੌਕੇ ਤੇ ਜਾ ਕੇ ਓਕਲਾਹੋਮਾ ਹਾਈਵੇ ਤੇ ਪੈਟਰੋਲ ਕਰ ਰਹੀ ਟੀਮ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ। ਹਸਪਤਾਲ ਵਿੱਚ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ। ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ ਗਹਿਰੇ ਸਦਮੇ ਵਿੱਚ ਹੈ, ਉੱਥੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਾਸ਼ੀਵਾੜਾ ਦੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਮੌਤ ਤਾਂ 28 ਅਪ੍ਰੈਲ ਨੂੰ ਹੋ ਗਈ ਸੀ, ਪਰ ਉਸਦੇ ਪਿਤਾ ਨੇ ਆਪਣੀ ਪਤਨੀ ਨੂੰ ਨਹੀਂ ਦੱਸਿਆ ਕਿ ਉਹਨਾਂ ਦਾ ਨੌਜਵਾਨ ਪੁੱਤਰ ਜਹਾਨੋਂ ਤੁਰ ਗਿਆ। ਮ੍ਰਿਤਕ ਦਿਲਪ੍ਰੀਤ ਸਿੰਘ ਦੀ ਲਾਸ਼ 12 ਜੂਨ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੀ ਤਾਂ ਪਿਤਾ ਕਰਨੈਲ ਸਿੰਘ ਕਾਲਾ ਨੇ ਪਤਨੀ ਨੂੰ ਦੱਸਿਆ ਕਿ ਉਹਨਾਂ ਦਾ ਪੁੱਤਰ ਇਸ ਦੁਨੀਆ ਵਿੱਚ ਨਹੀਂ ਰਿਹਾ। ਮਾਂ ਨੂੰ ਜਦੋਂ ਆਪਣੇ ਨੌਜਵਾਨ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਸ ਉੱਪਰ ਦੁੱਖਾਂ ਦਾ ਕਹਿਰ ਟੁੱਟ ਗਿਆ ਅਤੇ ਉਸ ਦੀ ਹਾਲਤ ਵੀ ਖਰਾਬ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਮਾਤਾ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਬੇਸ਼ੱਕ ਦਿਲਪ੍ਰੀਤ ਸਿੰਘ ਦੀ ਮੌਤ 28 ਅਪ੍ਰੈਲ ਨੂੰ ਹੋ ਚੁੱਕੀ ਸੀ, ਪਰ ਉਸਦੇ ਘਰ ਮਾਤਮ ਛਾ ਗਿਆ ਅੱਜ ਅਤੇ ਰਿਸ਼ਤੇਦਾਰ ਦੁੱਖ ਦਾ ਪ੍ਰਗਟਾਵਾ ਕਰਨ ਲਈ ਉੱਥੇ ਪਹੁੰਚ ਰਹੇ ਹਨ। ਮ੍ਰਿਤਕ ਦਿਲਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ 12 ਜੂਨ ਨੂੰ ਸ਼ਾਮ 4 ਵਜੇ ਮਾਸ਼ੀਵਾੜਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਅਮਰੀਕਾ ਦੇ ਫ੍ਰਿਜ਼ਨੋ ਸ਼ਹਿਰ ਵਿਖੇ ਰਹਿੰਦੇ ਦਿਲਪ੍ਰੀਤ ਸਿੰਘ ਨਾਲ ਉਸਦਾ ਨੇੜਲੇ ਪਿੰਡ ਸਹਿਜੋ ਮਾਜਰਾ ਦਾ ਦੋਸਤ ਭੁਪਿੰਦਰ ਸਿੰਘ ਵੀ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਸਨ। ਦਿਲਪ੍ਰੀਤ ਸਿੰਘ ਦੀ ਮੌਤ 28 ਅਪ੍ਰੈਲ ਨੂੰ ਟਰਾਲਾ ਚਲਾਉਣ ਸਮੇਂ ਸੜਕ ਹਾਦਸੇ ਦੌਰਾਨ ਹੋ ਗਈ ਅਤੇ ਉਸ ਤੋਂ ਕੁਝ ਦਿਨ ਬਾਅਦ 17 ਮਈ ਨੂੰ ਉਸਦੇ ਦੋਸਤ ਭੁਪਿੰਦਰ ਸਿੰਘ ਦੀ ਮੌਤ ਵੀ ਟਰਾਲਾ ਚਲਾਉਣ ਸਮੇਂ ਵਾਪਰੇ ਸੜਕ ਹਾਦਸੇ ਦੇ ਵਿੱਚ ਹੋ ਗਈ। ਦੋਵੇਂ ਮ੍ਰਿਤਕ ਮਾਸ਼ੀਵਾੜਾ ਇਲਾਕੇ ਨਾਲ ਸੰਬੰਧ ਰੱਖਦੇ ਸਨ, ਜੋ ਅਮਰੀਕਾ ਵਿਖੇ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਸਨ ਅਤੇ ਦੋਵਾਂ ਦੀ ਮੌਤ ਵੀ ਟਰਾਲਾ ਚਲਾਉਣ ਸਮੇਂ ਸੜਕ ਹਾਦਸੇ ਵਿੱਚ ਹੋਏ। ਕੁਦਰਤ ਦਾ ਇਤਫਾਕ ਦੇਖਣ ਵਾਲਾ ਹੈ ਕਿ ਭਲਕੇ 12 ਜੂਨ ਨੂੰ ਦੋਵਾਂ ਦੀਆਂ ਮ੍ਰਿਤਕ ਦੋਹਾਂ ਵੀ ਅਮਰੀਕਾ ਤੋਂ ਇਕੱਠੀਆਂ ਆ ਰਹੀਆਂ ਹਨ ਅਤੇ ਦੋਵਾਂ ਦਾ ਅੰਤਿਮ ਸੰਸਕਾਰ ਵੀ ਇੱਕੋ ਹੀ ਦਿਨ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਵਿਵਾਦਪੂਰਨ ਸਾਬਕਾ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵੈਨਸਟਾਈਨ ਨੂੰ ਬੁੱਧਵਾਰ ਨੂੰ ਮੈਨਹਟਨ ਦੀ ਇੱਕ ਅਦਾਲਤ ਵਿੱਚ ਜਿਨਸੀ ਅਪਰਾਧਾਂ ਨਾਲ ਸੰਬੰਧਿਤ ਇੱਕ ਵੱਡੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ। ਇਹ ਮਾਮਲਾ ਮੀ ਟੂ ਮੂਵਮੈਂਟ ਦੌਰਾਨ ਸਾਹਮਣੇ ਆਇਆ ਦੋਸ਼ਾਂ ਦਾ ਹਿੱਸਾ ਹੈ।
ਜਿਸ ਨੇ 2017 ਵਿੱਚ ਦੁਨੀਆ ਭਰ ਵਿੱਚ ਜਿਨਸੀ ਸ਼ੋਸ਼ਣ ਵਿਰੁੱਧ ਵਿਆਪਕ ਸਮਾਜਿਕ ਜਾਗਰੂਕਤਾ ਦੀ ਲਹਿਰ ਪੈਦਾ ਕੀਤੀ ਸੀ। ਵੈਨਸਟਾਈਨ ਨੂੰ ਪਹਿਲੀ ਵਾਰ 2020 ਵਿੱਚ ਨਿਊਯਾਰਕ ਦੀ ਇੱਕ ਅਦਾਲਤ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ 23 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਅਪ੍ਰੈਲ 2024 ਵਿੱਚ ਨਿਊਯਾਰਕ ਕੋਰਟ ਆਫ ਅਪੀਲਸ ਨੇ ਉਸ ਫੈਸਲੇ ਨੂੰ ਉਲਟਾ ਦਿੱਤਾ, ਇਹ ਕਹਿੰਦੇ ਹੋਏ ਕਿ ਅਸਲ ਮੁਕੱਦਮੇ ਵਿੱਚ ਇਸਤਗਾਸਾ ਪੱਖ ਨੇ ਨਿਆਇਕ ਪ੍ਰਕਿਰਿਆ ਵਿੱਚ ਗਲਤੀਆਂ ਕੀਤੀਆਂ ਸਨ, ਖਾਸ ਤੌਰ ਤੇ ਉਹਨਾਂ ਗਵਾਹਾਂ ਨੂੰ ਬੁਲਾ ਕੇ ਜੋ ਸਿੱਧੇ ਤੌਰ ਤੇ ਮਾਮਲਿਆਂ ਵਿੱਚ ਸ਼ਾਮਲ ਨਹੀਂ ਸਨ। ਇਸ ਕਾਰਨ ਦੁਬਾਰਾ ਸੁਣਵਾਈ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 2006 ਵਿੱਚ ਵੈਨਸਟਾਈਨ ਨੂੰ ਇੱਕ ਔਰਤ ਮਿਸੀ ਹੇਲੀ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਹ ਦੋਸ਼ ਪਹਿਲੀ ਡਿਗਰੀ ਜਿਨਸੀ ਅਪਰਾਧ ਹੈ ਅਤੇ ਨਿਊਯਾਰਕ ਕਾਨੂੰਨ ਤਹਿਤ ਸਭ ਤੋਂ ਸਖਤ ਸਜ਼ਾ ਹੈ। ਇਸ ਦੇ ਨਾਲ ਸੰਭਾਵੀ ਤੌਰ ਤੇ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਸ ਨੂੰ 2006 ਵਿੱਚ ਇੱਕ ਹੋਰ ਔਰਤ ਕਾਜਾ ਸੋਕੋਲਾ ਦੁਆਰਾ ਉਸ ਦੇ ਵਿਰੁੱਧ ਲਗਾਏ ਗਏ ਸੈਕਸ ਅਪਰਾਧ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ, ਜਿਸ ਨੂੰ ਪਿਛਲੇ ਸਾਲ ਮੁਕੱਦਮੇ ਵਿੱਚ ਜੋੜਿਆ ਗਿਆ ਸੀ। ਜਿਊਰੀ ਅਜੇ ਤੱਕ ਤੀਜੇ ਦੋਸ਼ 2023 ਵਿੱਚ ਜੈਸਿਕਾ ਮਾਨ ਨਾਲ ਜਬਰ ਜਨਾਹ ਤੇ ਫੈਸਲੇ ਤੇ ਨਹੀਂ ਪਹੁੰਚੀ ਹੈ। ਇਹ ਇੱਕ ਤੀਜੀ ਡਿਗਰੀ ਜਬਰ ਜਨਾਹ ਹੈ ਜਿਸ ਦੀ ਸਜ਼ਾ ਕਾਬਲਤਨ ਹਲਕੀ ਹੈ, ਪਰ ਮੁਕੱਦਮੇ ਵਿੱਚ ਜਿਊਰੀ ਵਿੱਚ ਗੰਭੀਰ ਮਤਭੇਦ ਦੇਖੇ ਗਏ। ਜਿਊਰੀ ਦੇ ਮੁਖਬਰ ਨੇ ਸ਼ਿਕਾਇਤ ਕੀਤੀ ਹੈ ਕਿ ਹੋਰ ਮੈਂਬਰ ਉਸ ਤੇ ਦਬਾਅ ਪਾ ਰਹੇ ਹਨ ਅਤੇ ਅਦਾਲਤ ਦੇ ਕਮਰੇ ਤੋਂ ਬਾਹਰ ਜਾਣਕਾਰੀ ਤੇ ਚਰਚਾ ਕਰ ਰਹੇ ਹਨ। ਉਸਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਧਮਕੀ ਦਿੱਤੀ ਗਈ ਸੀ ਬਾਹਰ ਮਿਲਦੇ ਆ ਟਿੱਪਣੀਆਂ ਨਾਲ, ਜਿਸ ਨਾਲ ਉਹ ਅਸੁਰੱਖਿਅਤ ਮਹਿਸੂਸ ਕਰਦੀ ਸੀ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਰੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।